Good morning, students. Today we discuss about next topic, legal environment. Next point, ਲੀਗਲ ਇਨਵਾਇਰਮੈਂਟ ਕੀ ਆ? ਇਹਦੇ ਵਿੱਚ ਉਹ ਸਾਰੇ ਲਾਜ਼ ਐਂਡ ਲੀਗਲ ਫੈਕਟਰਸ ਐਂਡ ਫੋਰਸਿਸ ਹੁੰਦੇ ਆ ਜਿਹੜੇ ਕਿ ਇੱਕ ਬਿਜ਼ਨਸ ਐਂਟਰਪ੍ਰਾਈਜ਼ ਐਂਡ ਆਰਗੇਨਾਈਜੇਸ਼ਨ ਨੂੰ ਅਫੈਕਟ ਕਰਦੇ ਆ। ਇਹਦੇ ਵਿੱਚ ਕੀ ਹੈ, ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਇੱਕ ਲੀਗਲੀ ਐਸਪੈਕਟ ਹੁੰਦਾ ਅਤੇ ਇਹ ਕੀ ਹੈ, ਲੀਗਲ ਪਾਰਟ ਹੁੰਦਾ ਹੈ ਬਿਜ਼ਨਸ ਇਨਵਾਇਰਮੈਂਟ ਦਾ। ਲੀਗਲ ਇਨਵਾਇਰਮੈਂਟ ਨੂੰ ਆਪਾਂ ਰੈਗੂਲੇਟਰੀ ਇਨਵਾਇਰਮੈਂਟ ਵੀ ਕਹਿੰਦੇ ਹਾਂ। ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਫੈਕਟਰਸ ਆ ਇਹਦੇ ਵਿੱਚ ਉਹਦੀ ਪਾਸ ਹੁੰਦੇ ਆ ਜਾਂ ਇੰਪਲੀਮੈਂਟ ਹੁੰਦੇ ਆ ਕਿਸੇ ਗੌਰਮੈਂਟ ਦੇ ਦੁਆਰਾ, ਕੌਨਸਟੀਟਿਊਸ਼ਨ ਲਾਅ ਦੇ ਦੁਆਰਾ ਅਤੇ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਕ ਦੇ ਆਰਡਰਾਂ ਦੁਆਰਾ, ਜਿਹੜੇ ਆ ਗੌਰਮੈਂਟ ਦੇ ਆਫਿਸਰਸ ਦੇ ਦੁਆਰਾ ਜਿਹੜੇ ਲਾਜ਼ ਆ ਡਿਟਰਮਿਨ ਕੀਤੇ ਜਾਂਦੇ ਆ। ਇਹ ਜੱਜਮੈਂਟ ਦੇ ਦੁਆਰਾ ਵੀ ਆਪਾਂ ਕਰ ਸਕਦੇ ਹਾਂ। ਜੱਜਮੈਂਟ ਕਿਹਨਾਂ ਦੇ ਦੁਆਰਾ ਕੀਤੀ ਜਾ ਸਕਦੀ ਹੈ? ਜੁਡੀਸ਼ਰੀ ਜੱਜਮੈਂਟ ਗਿਵਨ ਬਾਈ ਵੇਰੀਅਸ ਜੁਡੀਕਲ ਕਮਿਸ਼ਨ ਐਂਡ ਰੂਲਸ ਮੇਡ ਬਾਈ ਦਾ ਗੌਰਮੈਂਟ। ਇਹਦੇ ਵਿੱਚ ਜਿਹੜੇ ਕਾਨੂੰਨੀ ਤੌਰ 'ਤੇ ਜਿਹੜੇ ਡਿਸੀਜ਼ਨਸ ਲਏ ਜਾਂਦੇ ਆ ਜਾਂ ਲਾਅ ਸਿਲੈਕਟ ਕੀਤੇ ਜਾਂਦੇ ਆ, ਉਹ ਜੱਜਮੈਂਟ ਦੇ ਬੇਸਿਸ 'ਤੇ ਕੀਤੇ ਜਾਂਦੇ ਆ, ਕਮਿਸ਼ਨਸ ਦੇ ਦੁਆਰਾ ਕੀਤੇ ਜਾਂਦੇ ਆ। ਗਵਰਨਮੈਂਟ ਦੇ ਦੁਆਰਾ ਜਿਹੜਾ ਇਹਨਾਂ ਨੂੰ ਲਾਜ਼ ਨੂੰ ਲਾਗੂ ਕੀਤਾ ਜਾਂਦਾ ਆ। ਇਹਦੇ ਵਿੱਚ ਆਪਾਂ ਕਿਹੜੇ ਆ, ਇਹ ਵਰਕ ਦੇ ਅਕੋਰਡਿੰਗਲੀ ਜਿਹੜੇ ਆ ਆਪਣੀ ਕੰਟਰੀ ਦੇ ਵਿੱਚ ਉਹਨਾਂ ਦੇ ਉੱਤੇ ਲਾਅ ਜਿਹੜਾ ਆ ਲੱਗਦਾ ਆ। ਹਰ ਇੱਕ ਨੂੰ ਜਿਹੜਾ ਆ, ਜੇ ਉਹ ਇਨ ਕੇਸ ਬਿਜ਼ਨਸ ਐਂਟਰਪ੍ਰਾਈਜ਼ ਉਹ ਲਾਅ ਨੂੰ ਫੋਲੋ ਨਹੀਂ ਕਰਦਾ, ਰੂਲਸ ਨੂੰ ਫੋਲੋ ਨਹੀਂ ਕਰਦਾ, ਤਾਂ ਉਹਨੂੰ ਕਈ ਲੀਗਲੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਏਗਾ। ਇਹਦੇ ਵਿੱਚ ਕੀ ਆ, ਨਾਲ ਦੀ ਨਾਲ ਜਿਹੜਾ ਆ ਨੋਟ ਕਰਨਾ ਪਏਗਾ ਅਤੇ ਉਹਨੂੰ ਬਹੁਤ ਰਿਸਟ੍ਰਿਕਸ਼ਨਸ ਦਾ ਸਾਹਮਣਾ ਕਰਨਾ ਪਏਗਾ ਜੇ ਉਹ ਗਵਰਨਮੈਂਟ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਨਹੀਂ ਕਰਦਾ। ਲਾਈਕ ਐਜ਼ ਆ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ, ਇੰਡੀਆ ਦੇ ਵਿੱਚ ਕੀ ਹੈ, ਇਟ ਇਜ਼ ਪ੍ਰੋਹਿਬਿਟਡ ਟੂ ਐਡਵਰਟਾਈਜ਼ ਅਲਕੋਹਲ ਪ੍ਰੋਡਕਟ। ਅਲਕੋਹਲ ਪ੍ਰੋਡਕਟ ਕਿਹਦੇ ਦੁਆਰਾ ਆਪਣੇ ਇੰਡੀਆ ਦੇ ਵਿੱਚ ਚੱਲਦਾ? ਗਵਰਨਮੈਂਟ ਹੀ ਇਹਨੂੰ ਪਾਸ ਕਰਦੀ ਹੈ ਵੀ ਇਹ ਚੱਲੇਗੀ ਜਾਂ ਨਹੀਂ ਚੱਲੇਗੀ। ਇਹਦੇ ਮੇਨ ਐਲੀਮੈਂਟਸ ਕਿਹੜੇ ਆ ਲੀਗਲ ਇਨਵਾਇਰਮੈਂਟ ਦੇ? ਫਸਟ ਵਨ ਕੌਨਸਟੀਟਿਊਸ਼ਨਲ ਲਾਅ ਆ, ਇਹ ਸੰਵਿਧਾਨ ਦੇ ਤੌਰ 'ਤੇ ਜਿਹੜਾ ਲਾਅ ਆ ਲਾਗੂ ਕੀਤਾ ਜਾਂਦਾ ਆ। ਗਵਰਨਮੈਂਟ ਦੇ ਦੁਆਰਾ ਇਹਨੂੰ ਲਾਅ ਨੂੰ ਪਾਸ ਕੀਤਾ ਜਾਂਦਾ ਆ। ਇਹਦੇ ਵਿੱਚ ਜਿਹੜੀਆਂ ਰੈਗੂਲੇਟ ਜਿਹੜੀਆਂ ਆ ਐਕਟੀਵਿਟੀਜ਼ ਆ ਉਹ ਵੀ ਗਵਰਨਮੈਂਟ ਦੇ ਦੁਆਰਾ ਕੀਤੀਆਂ ਜਾਂਦੀਆਂ ਆ। ਰੂਲਸ ਐਂਡ ਰੈਗੂਲੇਸ਼ਨਸ ਨੂੰ ਵੀ ਗਵਰਨਮੈਂਟ ਦੇ ਆਫਿਸਰਸ ਇਹਨੂੰ ਲਗਾਉਂਦੇ ਆ, ਨਾਲ ਦੀ ਨਾਲ ਇਹਨਾਂ ਨੂੰ ਜਿਹੜਾ ਗਵਰਨਮੈਂਟ ਦਾ ਪ੍ਰਸ਼ਾਸਕ ਆ, ਐਡਮਿਨਿਸਟ੍ਰੇਸ਼ਨ ਆ, ਉਹ ਉਹਨੂੰ ਲਗਾਉਂਦਾ ਆ। ਫਿਫਥ ਵਨ ਆ ਜਿਹੜੇ ਡਿਸੀਜ਼ਨਸ ਲਏ ਜਾਂਦੇ ਆ, ਅਗਰ ਸੰਵਿਧਾਨ ਦੇ ਵਿੱਚ ਕੋਈ ਵੀ ਇੰਟਰਪਟ ਕਰਦਾ ਆ ਅਤੇ ਉਹਦੇ ਜਿਹੜੇ ਮੀਨਸ ਕੋਈ ਵੀ ਉਹਨੂੰ ਲਾਗੂ ਨਹੀਂ ਕਰਦਾ, ਲਾਜ਼ ਐਂਡ ਕੰਡੀਸ਼ਨਸ ਨੂੰ ਉਹਨਾਂ ਨੂੰ ਨਹੀਂ ਮੰਨਦਾ, ਅਤੇ ਉਹ ਡਿਸੀਜ਼ਨਸ ਜਿਹੜੇ ਆ ਕਾਨੂੰਨੀ ਤੌਰ 'ਤੇ ਲਏ ਜਾਂਦੇ ਆ। ਜੇ ਆਪਣੇ ਐਡਜਸਟਮੈਂਟ ਦੇ ਵਿੱਚ ਐਡਜਸਟਿੰਗ ਦੇ ਵਿੱਚ ਬਿਜ਼ਨਸ ਇਨਵਾਇਰਮੈਂਟ ਐਂਟਰਪ੍ਰਾਈਜ਼ ਦੇ ਵਿੱਚ ਐਡਜਸਟਿੰਗ ਦੇ ਵਿੱਚ ਜਿਹੜੇ ਡਿਸਪਿਊਟ ਹੋ ਜਾਂਦਾ, ਝਗੜੇ ਹੋ ਜਾਂਦੇ ਆ, ਉਹਦੇ ਦੁਆਰਾ ਵੀ ਜਿਹੜੇ ਡਿਸੀਜ਼ਨਸ ਆ ਉਹ ਕਿਹਦੇ ਦੁਆਰਾ ਲਏ ਜਾਂਦੇ ਆ? ਜੁਡੀਸ਼ਰੀ ਦੁਆਰਾ ਲਏ ਜਾਂਦੇ ਆ, ਕਾਨੂੰਨੀ ਤੌਰ 'ਤੇ ਲਏ ਜਾਂਦੇ ਆ। ਅਗਰ ਬਿਜ਼ਨਸ ਦੇ ਵਿੱਚ ਝਗੜੇ ਹੋ ਜਾਂਦੇ ਆ, ਉਹਦੇ ਵਿੱਚ ਕੌਣ ਜਿਹੜਾ ਆ ਕਾਨੂੰਨੀ ਕਮਿਸ਼ਨ ਹੁੰਦਾ ਆ, ਆਫਿਸਰ ਹੁੰਦੇ ਆ, ਉਹ ਡਿਸੀਜ਼ਨ ਲੈਂਦੇ ਆ ਵੀ ਇਹਨਾਂ ਨੂੰ ਕਿਹੜਾ ਇਹਨਾਂ 'ਤੇ ਐਕਟ ਲਾਗੂ ਕੀਤਾ ਜਾਏ। ਲਾਸਟ ਵਨ ਆ ਜਿਹੜਾ ਕਹਿੰਦੇ ਜੇ the pressure created by non-government organization on the basis organization to follow the law of the land। ਜੇ ਪ੍ਰੈਸ਼ਰ ਹੋਵੇ non-government ਦਾ ਔਰਗੇਨਾਈਜੇਸ਼ਨ ਨੂੰ, ਉਹਦੇ ਜਿਹੜੇ ਲਾਜ਼ ਆ ਔਰਗੇਨਾਈਜੇਸ਼ਨ ਜਿਹੜਾ ਉਸ ਲੈਂਡ ਦੇ ਉੱਤੇ ਜਿਹੜਾ ਲਾਅ ਲੱਗ ਰਿਹਾ ਆ ਉਹ ਉਸਨੂੰ ਦੇਖੇਗਾ। ਨੈਕਸਟ ਹੈ ਪੁਆਇੰਟ ਟੈਕਨੋਲੋਜੀਕਲ ਇਨਵਾਇਰਮੈਂਟ। ਟੈਕਨੋਲੋਜੀਕਲ ਇਨਵਾਇਰਮੈਂਟ ਕਿਹੜਾ ਆ? ਉਹ ਟੈਕਨੋਲੋਜੀਕਲ ਇਨਵਾਇਰਮੈਂਟ ਜਿਹਦੇ ਵਿੱਚ ਆਪਾਂ ਆਪਣੀਆਂ ਜਿਹੜੀਆਂ ਮੋਡੀਫਿਕੇਸ਼ਨਸ ਕਰ ਸਕਦੇ ਹਾਂ, ਟੈਕਨੋਲੋਜੀਕਲ ਇੰਪਰੂਵਮੈਂਟ ਕਰ ਸਕਦੇ ਹਾਂ, ਇਨੋਵੇਸ਼ਨਸ ਨਵੀਆਂ ਕਾਢਾਂ ਕਰ ਸਕਦੇ ਹਾਂ, ਇਹ ਜਿਹੜੀਆਂ ਕਿ ਆਪਣੀ ਬਿਜ਼ਨਸ ਇਨਵਾਇਰਮੈਂਟ ਔਰ ਆਰਗੇਨਾਈਜੇਸ਼ਨ ਨੂੰ ਅਫੈਕਟ ਕਰਨਗੇ। ਟੈਕਨੋਲੋਜੀਕਲ ਜਿਹੜਾ ਇਹ ਕੀ ਆ, ਟੈਕਨੀਕਲ ਅਸਪੈਕਟ ਆ, ਅਤੇ ਇਹ ਬਿਜ਼ਨਸ ਇਨਵਾਇਰਮੈਂਟ ਦਾ ਪਾਰਟ ਵੀ ਆ, ਹਿੱਸਾ ਵੀ ਆ। ਟੈਕਨੋਲੋਜੀਕਲ ਇਨਵਾਇਰਮੈਂਟ ਦੇ ਵਿੱਚ ਕਿਹੜੇ ਫੈਕਟਰਸ ਆ ਇਨਕਲੂਡ ਕੀਤੇ ਜਾਂਦੇ ਆ? ਮੋਡੀਫਿਕੇਸ਼ਨਸ, ਤਬਦੀਲੀਆਂ ਕਰਨੀਆਂ, ਆਪਣੀ ਟੈਕਨੋਲੋਜੀ ਦੇ ਵਿੱਚ ਇੰਪਰੂਵਮੈਂਟ ਲੈ ਕੇ ਆਉਣੀ, ਸੁਧਾਰ ਕਰਨਾ, ਆਪਣੇ ਟੈਕਨੋਲੋਜੀ ਨੂੰ ਹੋਰ ਡਿਵੈਲਪ ਕਰਨਾ, ਮੀਨਸ ਉਹਦੇ ਵਿੱਚ ਵਾਧਾ ਕਰਨਾ, ਇਨੋਵੇਸ਼ਨ ਨਵੀਆਂ ਕਾਢਾਂ ਕੱਢਣੀਆਂ, ਡਿਵੈਲਪਮੈਂਟ ਆਫ ਸਾਇੰਟੀਫਿਕ ਮੈਥਡ, ਆਪਣੇ ਜਿਹੜੇ ਸਾਇੰਟੀਫਿਕ ਮੈਥਡ ਯੂਜ਼ ਕਰਨੇ ਆ ਉਹਨਾਂ ਦੇ ਵਿੱਚ ਵਾਧਾ ਕਰਨਾ, ਆਪਣੀ ਮਾਡਰਨ ਮਸ਼ੀਨਰੀ ਦੇ ਵਿੱਚ ਡਿਵੈਲਪਮੈਂਟ ਲੈ ਕੇ ਆਉਣੀ। ਨਾਲ ਦੀ ਨਾਲ ਜਿਹੜਾ ਕਹਿੰਦੇ ਜੇ ਇਹ ਸਾਰੀਆਂ ਆਪਾਂ ਚੇਂਜਿਸ ਟੈਕਨੋਲੋਜੀਕਲ ਇਨਵਾਇਰਮੈਂਟ ਦੇ ਵਿੱਚ ਨਹੀਂ ਕਰਦੇ
ਤਾਂ ਉਹ ਆਪਾਂ ਨੂੰ ਜਿਹੜੀਆਂ ਬਿਜ਼ਨਸ ਐਂਟਰਪ੍ਰਾਈਜ਼ ਦੇ ਵਿੱਚ ਹੋਰ ਜਿਹੜੀਆਂ ਓਪਰਚੁਨਿਟੀਜ਼ ਨਹੀਂ ਦੇਖਣ ਨੂੰ ਮਿਲਣਗੀਆਂ ਅਤੇ ਨਾਲ ਦੀ ਨਾਲ ਆਪਾਂ ਨੂੰ ਕਈ ਜਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਏਗਾ। ਇਸ ਕਰਕੇ ਕਹਿੰਦੇ ਅਗਰ ਆਪਾਂ ਲੰਮੇ ਸਮੇਂ ਦੇ ਲਈ ਲੌਂਗ ਪੀਰੀਅਡ ਦੇ ਲਈ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਸਰਵਾਈਵ ਕਰਨਾ ਚਾਹੁੰਦੇ ਹਾਂ, ਤਾਂ ਆਪਾਂ ਨੂੰ ਟੈਕਨੋਲੋਜੀਕਲ ਚੇਂਜਿਸ ਕਰਨੀਆਂ ਪੈਣਗੀਆਂ। ਇਹ ਫਾਰ ਐਗਜ਼ਾਮਪਲ ਆ, ਹੁਣ ਇਹਨਾਂ ਨੇ ਕਿਹਾ ਆ ਆਪਾਂ ਜੇ ਆਪਾਂ ਬਿਜ਼ਨਸ ਐਂਟਰਪ੍ਰਾਈਜ਼ ਦੇ ਵਿੱਚ ਆਪਾਂ ਨਿਊ ਟੈਕਨੋਲੋਜੀ ਨੂੰ ਯੂਜ਼ ਕਰਦੇ ਹਾਂ, ਅਡੋਪਟ ਕਰਦੇ ਹਾਂ, ਤਾਂ ਆਪਣੀ ਜਿਹੜੇ ਰੂਟੀਨ ਦਾ ਫੰਕਸ਼ਨ ਆ ਉਹ ਬਹੁਤ ਹੀ ਵਧੀਆ ਵੇ ਦੇ ਨਾਲ ਚੱਲੇਗਾ। ਮੀਨਸ ਆਪਣਾ ਜਿਹੜਾ ਬਿਜ਼ਨਸ ਆ ਉਹ ਬਹੁਤ ਹੀ ਵਧੀਆ ਵੇ ਦੇ ਨਾਲ ਰਨ ਕਰੇਗਾ। ਉਹਦੇ ਵਿੱਚ ਕਿਹੜੀਆਂ ਆਪਾਂ ਟੈਕਨੋਲੋਜੀਕਲ ਜਿਹੜੀਆਂ ਅਡੋਪਟ ਕਰ ਸਕਦੇ ਹਾਂ, ਕੰਪਿਊਟਰਸ ਹੋ ਗਏ, ਇੰਟਰਨੈਟ ਹੋ ਗਿਆ, ਮਲਟੀਮੀਡੀਆ ਹੋ ਗਿਆ। ਇਹਦੇ ਮੇਨ ਐਲੀਮੈਂਟਸ ਕਿਹੜੇ ਆ, ਕਹਿੰਦੇ ਟੈਕਨੋਲੋਜੀ ਦੇ ਵਿੱਚ ਆਪਾਂ ਮੋਡੀਫਿਕੇਸ਼ਨ ਐਂਡ ਇੰਪਰੂਵਮੈਂਟ ਕਰ ਸਕਦੇ ਹਾਂ। ਆਪਣੇ ਸਾਇੰਟੀਫਿਕ ਰਿਸਰਚ ਦੇ ਨਾਲ ਆਪਣੀਆਂ ਨਵੀਆਂ ਟੈਕਨੋਲੋਜੀਕਲ ਜਿਹੜੀਆਂ ਡਿਵੈਲਪਮੈਂਟ ਆ ਉਹ ਕਰ ਸਕਦੇ ਹਾਂ। ਨਵੇਂ ਜਿਹੜੇ ਪ੍ਰੋਡਕਸ਼ਨ ਲਈ ਮੈਥਡ ਯੂਜ਼ ਕਰ ਸਕਦੇ ਹਾਂ। ਮਾਡਰਨ ਮਸ਼ੀਨਰੀ ਨੂੰ ਯੂਜ਼ ਕਰ ਸਕਦੇ ਹਾਂ। ਆਪਾਂ ਨਵੀਂ ਜਿਹੜੀ ਆ ਟੈਕਨੋਲੋਜੀ ਕਿਹੜੀ ਆ ਪਹਿਲਾਂ ਡਿਸਕਸ ਕੀਤਾ, ਆਪਾਂ ਕੰਪਿਊਟਰ ਨੂੰ ਕਰ ਸਕਦੇ ਹਾਂ, ਇੰਟਰਨੈਟ ਨੂੰ ਕਰ ਸਕਦੇ ਹਾਂ, ਮਲਟੀਮੀਡੀਆ ਨੂੰ, ਜਿਹਦੇ ਨਾਲ ਆਪਣਾ ਜਿਹੜਾ ਕੰਮ ਆ ਹੋਰ ਵੀ ਸੌਖਾ ਹੋ ਜਾਏਗਾ ਕਰਨਾ। ਆਪਾਂ ਨਵੇਂ ਜਿਹੜਾ ਇੰਪੋਰਟ ਕਰ ਸਕਦੇ ਹਾਂ ਫਰੋਮ ਅਬਰੋਡ ਤੋਂ, ਕਿਹੜੀ ਮਾਡਰਨ ਟੈਕਨੋਲੋਜੀ ਨਾਲ, ਜਿਵੇਂ ਕਿ ਤੁਸੀਂ ਅੱਜ ਕੱਲ੍ਹ ਸ਼ੋਪਿੰਗ ਕਰਦੇ ਹੋ ਬਾਇਆ ਔਨਲਾਈਨ ਸ਼ੋਪਿੰਗ ਜਿਹੜੇ ਆਪਣੇ ਕੋਲ ਹੈਗੇ ਆ ਫਲਿੱਪਕਾਰਟ, ਐਮਾਜ਼ੋਨ, ਮੰਤਰਾ ਐਕਸੈਕਟਰਾ, ਇਹ ਕੀ ਆ ਔਨਲਾਈਨ ਵੈਬਸਾਈਟਸ ਆ ਜਿਹਦੇ ਥਰੂ ਤੁਸੀਂ ਘਰ ਬੈਠੇ ਆਪਣਾ ਜਿਹੜਾ ਪ੍ਰੋਡਕਟ ਆ ਮੰਗਾ ਸਕਦੇ ਆ। ਨੈਕਸਟ ਹੈ ਇਨਵਾਇਰਮੈਂਟ ਕੰਸਰਨਿੰਗ R&D ਇਨ ਦੀ ਕੰਟਰੀ। ਇਨਵਾਇਰਮੈਂਟ ਕੰਸਰਨਿੰਗ R&D ਇਨ ਰਿਸਰਚ ਐਂਡ ਡਿਵੈਲਪਮੈਂਟ। ਆਪਣੀ ਕੰਟਰੀ ਦੇ ਵਿੱਚ ਹੋਰ ਟਰਮਸ ਆ ਜਿਹੜੀਆਂ ਆਪਣੀ ਬਿਜ਼ਨਸ ਇੰਟਰਪ੍ਰਾਈਜ਼ ਨੂੰ ਹੋਰ ਅੱਗੇ ਵਧਾਉਣ ਦੇ ਲਈ ਆਪਾਂ ਉਹਦੇ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਕਰ ਸਕਦੇ ਹਾਂ। ਜਿਹੜੀਆਂ ਗੌਰਮੈਂਟ ਦੇ ਦੁਆਰਾ ਜਿਹੜੀਆਂ ਸਾਇੰਟੀਫਿਕ ਐਂਡ ਟੈਕਨੋਲੋਜੀਕਲ ਡਿਵੈਲਪਮੈਂਟ ਆ ਉਹ ਪੋਲਿਸੀਜ਼ ਆ ਗੌਰਮੈਂਟ ਦੇ ਦੁਆਰਾ ਹੀ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਕਹਿੰਦੇ ਜਿਹੜਾ ਵੀ ਆਪਾਂ ਕੰਮ ਕਰਨਾ ਉਹਦੇ ਵਿੱਚ ਗੌਰਮੈਂਟ ਨੂੰ ਆਪਾਂ ਨੂੰ ਸਪੋਰਟ ਕਰਨਾ ਚਾਹੀਦਾ ਆਪਣੇ ਬਿਜ਼ਨਸ ਐਂਟਰਪ੍ਰਾਈਜ਼ ਨੂੰ। ਮੀਨਸ ਆਪਣੇ ਬਿਜ਼ਨਸ ਨੂੰ ਰਨ ਕਰਨ ਦੇ ਵਿੱਚ ਗੌਰਮੈਂਟ ਨੂੰ ਵੀ ਸਪੋਰਟ ਕਰਨਾ ਚਾਹੀਦਾ ਤਾਂ ਕਿ ਆਪਣਾ ਜਿਹੜਾ ਬਿਜ਼ਨਸ ਹੋਰ ਬੈਟਰ ਵੇ ਦੇ ਨਾਲ ਰਨ ਕਰੇ। ਦੈਟਸ ਇਟ, ਥੈਂਕਸ ਟੂ ਆਲ।